ਅੱਜ ਅਸੀਂ ਪ੍ਰੈਜ਼ੈਂਟ ਲੈਕਚਰ ਦੇ ਵਿੱਚ ਡਿਸਕਸ਼ਨ ਕਰਾਂਗੇ ਕਿ ਪਬਲਿਕ ਤੇ ਪ੍ਰਾਈਵੇਟ ਡਾਕੂਮੈਂਟਸ ਕੀ ਹੁੰਦੇ ਨੇ ਤੇ ਪਬਲਿਕ ਤੇ ਪ੍ਰਾਈਵੇਟ ਡਾਕੂਮੈਂਟਸ ਦੇ ਵਿੱਚ ਆਪਸ ਦੇ ਵਿੱਚ ਕੀ ਅੰਤਰ ਹੈਗਾ ਏ। ਜਦੋਂ ਕਿਸੇ ਪਬਲਿਕ ਡਾਕੂਮੈਂਟ ਨੂੰ ਅਸੀਂ ਸਾਬਤ ਕਰਨਾ ਏ ਤੇ ਉਸ ਪਬਲਿਕ ਡਾਕੂਮੈਂਟ ਨੂੰ ਅਸੀਂ ਕਿਸ ਤਰੀਕੇ ਨਾਲ ਸਾਬਤ ਕਰ ਸਕਦੇ ਹਾਂ, ਇਹ ਅੱਜ ਦੇ ਸਾਡੇ ਟੌਪਿਕਸ ਹੈਗੇ ਨੇ ਜੋ ਕਿ ਅੱਜ ਅਸੀਂ ਡਿਸਕਸ ਕਰਾਂਗੇ। Before I start section number 74, it is very important for us to know ਕਿ ਪਬਲਿਕ ਡਾਕੂਮੈਂਟ ਦਾ ਮਤਲਬ ਹੁੰਦਾ ਕੀ ਹੈ। ਪਬਲਿਕ ਡਾਕੂਮੈਂਟ ਇੱਕ ਅਜਿਹਾ ਡਾਕੂਮੈਂਟ ਹੈਗਾ ਏ ਜੋ ਕਿ ਇੱਕ ਪਬਲਿਕ ਸਰਵੈਂਟ ਨੇ ਆਪਣੀ ਆਫੀਸ਼ੀਅਲ ਡਿਊਟੀ ਨੂੰ ਡਿਸਚਾਰਜ ਕਰਨ ਦੇ ਸਮੇਂ ਬਣਾਇਆ ਸੀ। ਆਈ ਵਾਂਟ ਟੂ ਰਿਪੀਟ, ਪਬਲਿਕ ਡਾਕੂਮੈਂਟ ਇੱਕ ਅਜਿਹਾ ਡਾਕੂਮੈਂਟ ਹੁੰਦਾ ਏ ਜਿਸ ਨੂੰ ਇੱਕ ਪਬਲਿਕ ਆਫੀਸਰ ਨੇ ਆਪਣੀ ਡਿਊਟੀ ਨੂੰ, ਜੋ ਕਿ ਆਫੀਸ਼ੀਅਲ ਡਿਊਟੀ ਹੈਗੀ ਸੀ, ਆਫੀਸ਼ੀਅਲ ਡਿਊਟੀ ਨੂੰ ਪੂਰਾ ਕਰਦੇ ਹੋਏ ਬਣਾਇਆ। ਇਸ ਤਰ੍ਹਾਂ ਦੇ ਡਾਕੂਮੈਂਟ ਨੂੰ ਅਸੀਂ ਕੀ ਕਹਿੰਦੇ ਆ? ਪਬਲਿਕ ਡਾਕੂਮੈਂਟ ਕਹਿੰਦੇ ਆ। ਇਹਦਾ ਮਤਲਬ ਇਹ ਆ ਕਿ ਅਗਰ ਕੋਈ ਡਾਕੂਮੈਂਟ ਕਿਸੇ ਪਬਲਿਕ ਸਰਵੈਂਟ ਨੇ ਆਪਣੀ ਡਿਊਟੀ ਨੂੰ ਪੂਰਾ ਕਰਦੇ ਹੋਏ ਨਹੀਂ ਬਣਾਇਆ ਤੇ ਉਸ ਨੂੰ ਅਸੀਂ ਪਬਲਿਕ ਡਾਕੂਮੈਂਟ ਨਹੀਂ ਕਵਾਂਗੇ ਤੇ ਉਸ ਨੂੰ ਅਸੀਂ ਕੀ ਕਵਾਂਗੇ? ਪ੍ਰਾਈਵੇਟ ਡਾਕੂਮੈਂਟ ਕਵਾਂਗੇ। ਸੈਕਸ਼ਨ 74 ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਦੱਸਿਆ ਏ ਕਿ ਪਬਲਿਕ ਡਾਕੂਮੈਂਟ ਦੇ ਵਿੱਚ ਕਿਹੜੇ-ਕਿਹੜੇ ਡਾਕੂਮੈਂਟ ਸ਼ਾਮਲ ਹੋਣਗੇ। ਪਬਲਿਕ ਡਾਕੂਮੈਂਟ ਦੇ ਵਿੱਚ ਕਿਹੜੇ-ਕਿਹੜੇ ਡਾਕੂਮੈਂਟ ਸ਼ਾਮਲ ਹੋਣਗੇ that has been given under section number 74 of Indian Evidence Act 1872. Section 74 start ਹੁੰਦਾ ਏ the following documents are public documents। ਇਹ ਨੀਚੇ ਲਿਖੇ ਗਏ ਡਾਕੂਮੈਂਟਸ ਪਬਲਿਕ ਡਾਕੂਮੈਂਟਸ ਹੋਣਗੇ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਅਗਰ ਕੋਈ ਡਾਕੂਮੈਂਟ ਕਿਸੇ ਸੋਵਰਨ ਅਥਾਰਟੀ ਦੇ ਜਾਂ ਕਿਸੇ ਆਫੀਸ਼ੀਅਲ ਬਾਡੀ ਦੇ ਜਾਂ ਕਿਸੇ ਟ੍ਰਾਈਬਿਊਨਲ ਦੇ ਤੇ ਜਾਂ ਕਿਸੇ ਪਬਲਿਕ ਆਫੀਸਰ ਦੇ ਕੰਮਾਂ ਦਾ ਰਿਕਾਰਡ ਮੇਨਟੇਨ ਕਰਦੇ ਨੇ ਤੇ ਉਹ ਸਾਰੇ ਡਾਕੂਮੈਂਟ ਕੀ ਹੋਣਗੇ? ਪਬਲਿਕ ਡਾਕੂਮੈਂਟਸ ਹੋਣਗੇ। ਡਾਕੂਮੈਂਟਸ ਫਾਰਮਿੰਗ ਦੀ ਐਕਟ or record of the sovereign authority of the official bodies and tribunals and of the public officers, legislative, judicial, and executive of any part of India or of the Commonwealth or of a foreign country are public document। ਕਹਿਣ ਦਾ ਮਤਲਬ ਇਹ ਆ ਕਿ ਅਗਰ ਕੋਈ ਡਾਕੂਮੈਂਟ ਕਿਸੇ ਸੋਵਰਨ ਅਥਾਰਟੀ ਦੇ, ਕਿਸੇ ਆਫੀਸ਼ੀਅਲ ਬਾਡੀ ਦੇ, ਕਿਸੇ ਟ੍ਰਾਈਬਿਊਨਲ ਦੇ ਤੇ ਜਾਂ ਕਿਸੇ ਪਬਲਿਕ ਆਫੀਸਰ ਦੇ ਐਕਟ ਦਾ ਜਾਂ ਨੰਬਰ ਆਫ ਐਕਟਸ ਦਾ ਰਿਕਾਰਡ ਮੇਨਟੇਨ ਕਰਦਾ ਪਿਆ ਕੋਈ ਡਾਕੂਮੈਂਟ ਤੇ ਉਸ ਡਾਕੂਮੈਂਟ ਨੂੰ ਅਸੀਂ ਕੀ ਕਵਾਂਗੇ? ਪਬਲਿਕ ਡਾਕੂਮੈਂਟ ਕਵਾਂਗੇ। ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਇੱਕ ਸਿਵਲ ਕੇਸ ਦੇ ਵਿੱਚ ਜਾਂ ਕ੍ਰਿਮੀਨਲ ਕੇਸ ਦੇ ਵਿੱਚ ਜੋ ਆਰਡਰ ਸ਼ੀਟ ਹੈਗੀ ਹੈ, ਜੋ ਜਜਮੈਂਟ ਹੈਗੀ ਆ ਤੇ ਜਾਂ ਡਿਕਰੀ ਹੈਗੀ ਆ, ਦੇ ਆਰ ਦੀ ਪਬਲਿਕ ਡਾਕੂਮੈਂਟਸ ਬਿਕੋਜ਼ ਦੇ ਆਰ ਦੀ ਰਿਕਾਰਡ ਆਫ ਦੀ ਐਕਟ ਆਫ ਏ ਪਬਲਿਕ ਆਫੀਸਰ। ਉਹ ਇੱਕ ਪਬਲਿਕ ਆਫੀਸਰ ਦੇ ਐਕਟ ਦਾ ਰਿਕਾਰਡ ਹੈਗੇ ਆ। ਪਰ ਅਗਰ ਇੱਕ ਕੇਸ ਦੇ ਵਿੱਚ ਅਸੀਂ ਪਲੇਂਟ ਜਾਂ ਰਿਟਨ ਸਟੇਟਮੈਂਟ ਦੀ ਗੱਲ ਕਰੀਏ, ਪਲੇਂਟ ਜਾਂ ਰਿਟਨ ਸਟੇਟਮੈਂਟ ਪਬਲਿਕ ਡਾਕੂਮੈਂਟਸ ਨਹੀਂ ਹੈਗੇ। ਕਿਉਂ? ਕਿਉਂਕਿ ਉਹ ਪਬਲਿਕ ਆਫੀਸਰ ਦੇ ਐਕਟ ਦਾ ਪਾਰਟ ਨਹੀਂ ਹੈਗੇ। ਇਹ ਜੋ ਡਾਕੂਮੈਂਟ ਨੇ ਪ੍ਰਾਈਵੇਟ ਡਾਕੂਮੈਂਟਸ ਹੈਗੇ ਨੇ। ਪਰ ਇੱਕ ਗੱਲ ਹੈਗੀ ਆ ਕਿ ਅਗਰ ਕਿਸੇ ਪਾਰਟੀ ਦੀ ਕੋਈ ਸਟੇਟਮੈਂਟ ਕੋਰਟ ਦੇ ਵਿੱਚ ਹੁੰਦੀ ਹੈ, ਕੋਰਟ ਦੇ ਵਿੱਚ ਕਿਸੇ ਪਾਰਟੀ ਦੀ ਅਗਰ ਸਟੇਟਮੈਂਟ ਹੁੰਦੀ ਹੈ, ਇਟ ਇਜ਼ ਵੈਰੀ ਓਬਵੀਅਸ ਕਿ ਉਹ ਸਟੇਟਮੈਂਟ ਕਿਸੇ ਪਬਲਿਕ ਆਫੀਸਰ ਦੇ ਸਾਹਮਣੇ ਹੋਊਗੇ ਜਾਂ ਪਬਲਿਕ ਆਫੀਸਰ ਦੀ ਪ੍ਰੈਜ਼ੈਂਸ ਦੇ ਵਿੱਚ ਹੋਏਗੀ। ਅਗਰ ਕਿਸੇ ਪਾਰਟੀ ਦੀ ਸਟੇਟਮੈਂਟ ਕੋਰਟ ਦੇ ਦੁਆਰਾ ਰਿਕਾਰਡ ਕੀਤੀ ਜਾਂਦੀ ਆ ਡਿਊਰਿੰਗ ਸਮ ਜੁਡੀਸ਼ੀਅਲ ਪ੍ਰੋਸੀਡਿੰਗਸ ਤੇ ਉਸ ਸਟੇਟਮੈਂਟ ਨੂੰ ਵੀ ਅਸੀਂ ਕੀ ਕਵਾਂਗੇ? ਪਬਲਿਕ ਡਾਕੂਮੈਂਟ ਹੀ ਕਵਾਂਗੇ। ਜੇ ਅਗਰ ਅਸੀਂ ਇਲੈਕਟੋਰੀਅਲ ਰੋਲ ਦੀ ਗੱਲ ਕਰੀਏ ਤਾਂ ਇਲੈਕਟੋਰੀਅਲ ਰੋਲ ਵੀ ਇੱਕ ਪਬਲਿਕ ਡਾਕੂਮੈਂਟ ਦੀ ਕੈਟੇਗਰੀ ਦੇ ਵਿੱਚ ਆ ਜਾਂਦਾ ਹੈ because electoral roll has also been prepared by a public officer while discharging their public duty। ਇਸ ਤੋਂ ਇਲਾਵਾ ਕਿਸੇ ਨੈਸ਼ਨਲਾਈਜ਼ਡ ਬੈਂਕ ਦੇ ਜੋ ਰਿਕਾਰਡਸ ਹੁੰਦੇ ਨੇ ਉਹ ਵੀ ਪਬਲਿਕ ਡਾਕੂਮੈਂਟ ਦੀ ਕੈਟੇਗਰੀ ਦੇ ਵਿੱਚ ਆ ਜਾਂਦੇ ਨੇ। ਤੇ ਪਰ ਇੱਕ ਗੱਲ ਬੜੀ ਇੰਪੋਰਟੈਂਟ ਆ ਕਿ ਅਗਰ ਅਸੀਂ ਪਬਲਿਕ ਤੇ ਪ੍ਰਾਈਵੇਟ ਰਿਕਾਰਡ ਦਾ ਆਪਸ ਦੇ ਵਿੱਚ ਡਿਫਰੈਂਸ਼ੀਏਸ਼ਨ ਕਰੀਏ ਤਾਂ ਪ੍ਰਾਈਵੇਟ ਡਾਕੂਮੈਂਟਸ ਦੇ ਵਿੱਚ ਉਹ ਸਾਰੇ ਡਾਕੂਮੈਂਟਸ ਆ ਜਾਂਦੇ ਨੇ ਜੋ ਕਿ ਪਬਲਿਕ ਡਾਕੂਮੈਂਟ ਨਹੀਂ ਹੈਗੇ। ਪ੍ਰਾਈਵੇਟ ਡਾਕੂਮੈਂਟਸ ਦੇ ਵਿੱਚ ਉਹ ਸਾਰੇ ਡਾਕੂਮੈਂਟਸ ਆਯੂਗੇ
जो कि पब्लिक डॉक्यूमेंट्स नहीं हैगे। पर अगर एक गल बड़ी इंपॉर्टेंट आ, अगर एक जगह के उत्ते प्राइवेट डॉक्यूमेंट का पब्लिक रिकॉर्ड मेनटेन किया जाता है, अगर किसी जगह के उत्ते प्राइवेट डॉक्यूमेंट्स का कोई पब्लिक रिकॉर्ड मेनटेन किया जाता है, वो पब्लिक रिकॉर्ड तो पब्लिक डॉक्यूमेंट बन जाऊगा, पर वो जो प्राइवेट डॉक्यूमेंट्स आ डेट रिमेन टू बी प्राइवेट। फॉर एग्जाम्पल के तौर के उत्ते अगर किसी व्यक्ति ने अपनी पावर ऑफ अटॉर्नी रजिस्टर करवाया, तो पावर ऑफ अटॉर्नी तो प्राइवेट डॉक्यूमेंट्स ही रहूगी। पर अगर कोई बुक मेनटेन की जाती है किसी तहसील के जिहदे विच पावर ऑफ अटॉर्नी के सीक्वेंस वाइज नंबर रिकॉर्ड किए जाते हैं कि किन्ने सीक्वेंस नंबर के उत्ते इस पावर ऑफ अटॉर्नी रिकॉर्ड किया गया है उस पब्लिक बुक के पब्लिक रिकॉर्ड की बुक के उस रिकॉर्ड बुक को पब्लिक डॉक्यूमेंट किया जाएगा। तो दूसरे नंबर के उत्ते सैक्शन 74 सबसैक्शन 2 के यही गल आती है कि जोड़े पब्लिक रिकॉर्ड किसी स्टेट के बनाए जाते हैं प्राइवेट डॉक्यूमेंट्स के रिगार्डिंग दी, तो उसनों भी असी पब्लिक डॉक्यूमेंट कहांगे। तो पब्लिक डॉक्यूमेंट के किसी सॉवरन अथॉरिटी के एक्ट वो पब्लिक डॉक्यूमेंट आ गए। इस तो इलावा किसी ऑफिशियल बॉडी या ट्रिब्यूनल के कोई एक्ट या रिकॉर्ड वो पब्लिक डॉक्यूमेंट कहलाएंगे। किसी पब्लिक ऑफिसर के एक्ट का रिकॉर्ड अगर मेनटेन किया जाता है डेट इज़ अ पब्लिक डॉक्यूमेंट। किसी लैजिसलेटिव चाहे वह पार्लीमेंट आ या स्टेट लैजिसलेचर आ, अगर उन्होंने के कमां का रिकॉर्ड मेनटेन किया जाता है किसी किताब के डेट इज़ द पब्लिक डॉक्यूमेंट। तो जे कोई जुडिशियल एक्ट का कोई रिकॉर्ड किते मेनटेन किया जाता है डेट इज़ पब्लिक डॉक्यूमेंट। इस तो इलावा एग्जीक्यूटिव अगर किसी इंडिया की कोई एग्जीक्यूटिव हैगी है या कॉमनवैल्थ कंट्रीज की अगर कोई एग्जीक्यूटिव जुडिशियल लैजिसलेटिव या पब्लिक ऑफिसर हैगा है, तो ਜਾਂ किसी फॉरन कंट्री के पब्लिक ऑफिसर लैजिसलेटिव जुडिशियल या एग्जीक्यूटिव ਦੇ कोई रिकॉर्ड ਨੂੰ ਮੇਨਟੇਨ ਕੀਤਾ ਜਾਂਦਾ ਹੈ ਕਿਸੇ ਡਾਕੂਮੈਂਟ ਦੇ ਵਿੱਚ, ਉਸ ਨੂੰ ਅਸੀਂ ਪਬਲਿਕ ਡਾਕੂਮੈਂਟ ਕਹਾਂਗੇ। ਦੂਸਰੇ ਨੰਬਰ ਦੇ ਉੱਤੇ ਅਗਰ ਪ੍ਰਾਈਵੇਟ ਡਾਕੂਮੈਂਟ ਨੂੰ ਕਿਸੇ ਸਟੇਟ ਦੇ ਵਿੱਚ ਇੱਕ ਕ੍ਰੋਨੋਲੋਜੀਕਲੀ ਰਿਕਾਰਡ ਮੇਨਟੇਨ ਕੀਤਾ ਜਾਂਦਾ ਹੈ ਤੇ ਉਸ ਨੂੰ ਵੀ ਅਸੀਂ ਪਬਲਿਕ ਡਾਕੂਮੈਂਟ ਕਹਾਂਗੇ। तो सैक्शन 74 ਨੂੰ ਇੱਕ ਵਾਰ ਮੈਂ ਰਿਵਾਈਜ਼ ਕਰਵਾ ਦਿੰਦਾ। ਸੈਕਸ਼ਨ 74 ਦੇ ਵਿੱਚ ਅਸੀਂ ਕੀ ਪੜਿਆ। ਸੈਕਸ਼ਨ 74 ਸਟੇਟਸ ਅਬਾਊਟ ਪਬਲਿਕ ਡਾਕੂਮੈਂਟ। The following documents are public documents। सब तो पहले नंबर ਦੇ ਉੱਤੇ documents forming the act or records of the act of the sovereign authority of official bodies and tribunals and of public officer legislative judicial and executive of any part of India or of the Commonwealth or of a foreign country। Section 74 subsection 2 ਦੇ ਵਿੱਚ public records kept in any state of a private documents are public documents। ਸੈਕਸ਼ਨ ਨੰਬਰ 75 ਦੇ ਵਿੱਚ ਇਹ ਦੱਸਿਆ ਹੈ ਕਿ ਡੈਟ ਵਾਟ ਇਜ਼ ਦਾ ਮੀਨਿੰਗ ਆਫ ਪ੍ਰਾਈਵੇਟ ਡਾਕੂਮੈਂਟਸ। ਹੁਣ ਦੇਖੋ ਦੋ ਤਰ੍ਹਾਂ ਦੇ ਡਾਕੂਮੈਂਟ ਆਪਾਂ ਡਿਵਾਈਡ ਕਰ ਦਿੱਤੇ, ਇੱਕ ਪਬਲਿਕ ਡਾਕੂਮੈਂਟ ਤੇ ਦੂਸਰੇ ਨੰਬਰ ਦੇ ਉੱਤੇ ਪ੍ਰਾਈਵੇਟ ਡਾਕੂਮੈਂਟ। ਅਗਰ ਇੱਕ ਪਰਟੀਕੂਲਰ ਡਾਕੂਮੈਂਟ ਪਬਲਿਕ ਡਾਕੂਮੈਂਟ ਦੀ ਡੈਫੀਨੇਸ਼ਨ ਦੇ ਵਿੱਚ ਫਾਲ ਨਹੀਂ ਕਰਦਾ ਪਿਆ, ਇਹਦਾ ਮਤਲਬ ਕੀ ਹੈ ਕਿ ਉਹ ਡਾਕੂਮੈਂਟ ਪ੍ਰਾਈਵੇਟ ਡਾਕੂਮੈਂਟ ਹੈਗਾ ਜੀ। तो if a document is not falling within the definition of section 74, that means that document is a private documents। सो अगर मैं सैक्शन 74 ਦੇ ਵਿੱਚ ਪਬਲਿਕ ਡਾਕੂਮੈਂਟ ਤੇ ਸੈਕਸ਼ਨ 75 ਦੇ ਪ੍ਰਾਈਵੇਟ ਡਾਕੂਮੈਂਟ ਦੇ ਵਿੱਚ ਆਪਸ ਦੇ ਵਿੱਚ ਡਿਫਰੈਂਸ਼ੀਏਸ਼ਨ ਕਰਾਂ ਤਾਂ ਕੀ ਡਿਫਰੈਂਸ ਨਿਕਲ ਸਕਦੇ ਨੇ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਪਬਲਿਕ ਡਾਕੂਮੈਂਟਸ ਨੂੰ ਪ੍ਰਪੇਅਰ ਕੀਤਾ ਜਾਂਦਾ ਹੈ ਪਬਲਿਕ ਸਰਵੈਂਟ ਦੇ ਦੁਆਰਾ ਆਪਣੀ ਪਬਲਿਕ ਡਿਊਟੀ ਨੂੰ ਪੂਰਾ ਕਰਦੇ ਹੋਏ, ਜਦ ਕਿ ਪ੍ਰਾਈਵੇਟ ਡਾਕੂਮੈਂਟ ਉਹ ਡਾਕੂਮੈਂਟ ਹੁੰਦੇ ਨੇ ਜੋ ਕਿ ਇੰਡੀਵਿਜੂਅਲਸ ਨੇ ਆਪਣੇ ਪ੍ਰਾਈਵੇਟ ਇੰਟਰਸਟ ਦੇ ਲਈ ਪ੍ਰਾਈਵੇਟ ਰਾਈਟ ਨੂੰ ਇਨਫੋਰਸ ਕਰਵਾਉਣ ਦੇ ਲਈ ਪ੍ਰਪੇਅਰ ਕੀਤਾ ਹੁੰਦਾ ਹੈ। ਦੂਸਰੇ ਨੰਬਰ ਦੇ ਉੱਤੇ ਪਬਲਿਕ ਡਾਕੂਮੈਂਟ ਕਿਸੇ ਵੀ ਵਿਅਕਤੀ ਨੂੰ ਅਵੇਲੇਬਲ ਹੋ ਸਕਦੇ ਆ ਫॉर द ਪਰਪਸ ਆਫ ਇਨਸਪੈਕਸ਼ਨ ਡਿਊਰਿੰਗ ਦੀ ਆਫਿਸ ਆਵਰਸ ਡਿਊਰਿੰਗ ਦੀ in the public office, ਜਦਕਿ ਪ੍ਰਾਈਵੇਟ ਡਾਕੂਮੈਂਟਸ ਦੀ ਇਨਸਪੈਕਸ਼ਨ ਇਜ਼ ਨਾਟ ਪੋਸੀਬਲ। ਉਸ ਤੋਂ ਬਾਅਦ ਵਿੱਚ ਪਬਲਿਕ ਡਾਕੂਮੈਂਟ ਨੂੰ ਜੇ ਆਪਾਂ ਸਾਬਤ ਕਰਨਾ ਹੈ कि पब्लिक डॉक्यूमेंट दी सेकेंडरी कॉपी इज मोर देन सफिशिएंट टू प्रूव दी पब्लिक डॉक्यूमेंट, जबकि अगर डॉक्यूमेंट इन क्वेश्चन प्राइवेट डॉक्यूमेंट हैगा है तो सब तो पहले नंबर ਦੇ ਉੱਤੇ ਸਾਨੂੰ ਉਸ ਡਾਕੂਮੈਂਟ ਨੂੰ ਪ੍ਰਾਇਮਰੀ ਐਵੀਡੈਂਸ ਦੇ ਨਾਲ ਸਾਬਤ ਕਰਨਾ ਪਊਗਾ। ਇਫ ਦ ਪ੍ਰਾਇਮਰੀ ਐਵੀਡੈਂਸ ਇਜ਼ ਨਾਟ ਅਵੇਲੇਬਲ ਐਂਡ ਸੈਕਸ਼ਨ 65 ਦੀਆਂ ਜੋ ਕੰਡੀਸ਼ਨਸ ਅਸੀਂ ਪੜ੍ਹੀਆਂ ਸੀ ਉਹ ਫੁੱਲਫਿਲ ਹੁੰਦੀਆਂ ਨੇ ਕਿ ਡਾਕੂਮੈਂਟ ਗਵਾਚ ਗਿਆ
ਔਰ ਡਾਕੂਮੈਂਟ ਇਜ਼ ਇਨ ਦੀ ਪੋਜੈਸ਼ਨ ਆਫ ਅਨਦਰ ਪਰਸਨ, ਫਿਰ ਉਹਨਾਂ ਦੀ ਸੈਕੰਡਰੀ ਐਵੀਡੈਂਸ ਦਿੱਤੀ ਜਾ ਸਕਦੀ ਹੈ। ਤੇ ਸੈਕੰਡਰੀ ਐਵੀਡੈਂਸ ਨੂੰ ਦੇਣ ਦੇ ਲਈ ਨਾਲ ਦੇ ਨਾਲ ਸੈਕਸ਼ਨ 66 ਵੀ ਅਪਲਾਈ ਹੋਏਗਾ। ਠੀਕ ਹੈ ਜੀ। ਸੋ ਦਿਸ ਇਜ਼ ਦੀ ਬੇਸਿਕ ਡਿਫਰੈਂਸ ਬਿਟਵੀਨ ਪਬਲਿਕ ਡਾਕੂਮੈਂਟ ਐਂਡ ਪ੍ਰਾਈਵੇਟ ਡਾਕੂਮੈਂਟ। ਹੁਣ ਗੱਲ ਆਪਾਂ ਕਰਦੇ ਹਾਂ ਸੈਕਸ਼ਨ 76 ਦੇ ਵਿੱਚ ਸਰਟੀਫਾਈਡ ਕਾਪੀਜ਼ ਆਫ ਪਬਲਿਕ ਡਾਕੂਮੈਂਟ। ਕਿਸ ਤਰੀਕੇ ਦੇ ਨਾਲ ਆਪਾਂ ਇੱਕ ਕਾਪੀ ਨੂੰ ਇੱਕ ਪਬਲਿਕ ਡਾਕੂਮੈਂਟ ਦੀ ਸਰਟੀਫਾਈਡ ਕਾਪੀ ਕਵਾਂਗੇ। तो सैक्शन 76 ਦੇ ਵਿੱਚ ਬੇਸਿਕਲੀ ਇਹ ਗੱਲ ਦੱਸੀ ਆ ਕਿ ਸਰਟੀਫਾਈਡ ਕਾਪੀ ਨੂੰ ਇਸ਼ੂ ਕਰਨ ਦਾ ਤਰੀਕਾ ਕੀ ਆ। that here has been given in section number 76। तो section 76 ਨੂੰ ਇੱਕ ਵਾਰ ਬੜੇ ਧਿਆਨ ਨਾਲ ਪੜ੍ਹਦੇ ਹਾਂ। every public officer having the custody of a public document, ਹਰ ਪਬਲਿਕ ਆਫੀਸਰ ਜਿਹਦੇ ਕੋਲ ਕਿਸੇ ਪਬਲਿਕ ਡਾਕੂਮੈਂਟ ਦੀ ਕਸਟਡੀ ਹੈਗੀ ਆ, ਜਿਸ ਪਬਲਿਕ ਡਾਕੂਮੈਂਟ ਨੂੰ ਕਿਸੇ ਵਿਅਕਤੀ ਦੇ ਦੁਆਰਾ ਇਨਸਪੈਕਟ ਕਰਨ ਦਾ ਰਾਈਟ ਹੈਗਾ ਵਾ, which any person has a right to inspect, shall give that person on demand a copy of it on payment of the legal fees thereof। ਤੇ ਅਗਰ ਕਿਸੇ ਪਬਲਿਕ ਡਾਕੂਮੈਂਟ ਨੂੰ ਕਿਸੇ ਵਿਅਕਤੀ ਦਾ ਰਾਈਟ ਹੈਗਾ ਵਾ ਉਸ ਪਬਲਿਕ ਡਾਕੂਮੈਂਟ ਨੂੰ ਇਨਸਪੈਕਟ ਕਰਨ ਦਾ, ਤੇ ਉਸ ਵਿਅਕਤੀ ਨੂੰ ਉਹਦੀ ਡਿਮਾਂਡ ਦੇ ਉੱਤੇ ਉਹਦੀ ਕਾਪੀ ਵੀ ਦਿੱਤੀ ਜਾ ਸਕਦੀ ਹੈ, ਔਰ ਉਸ ਵਿਅਕਤੀ ਨੂੰ ਕਾਪੀ ਲੈਣ ਦੇ ਲਈ ਇੱਕ ਲੀਗਲ ਫੀਸ ਦੀ ਪੇਮੈਂਟ ਕਰਨੀ ਪਊਗੀ। ਠੀਕ ਹੈ ਜੀ। ਮੰਨ ਲਓ ਇੱਕ ਵਿਅਕਤੀ ਨੂੰ ਕਿਸੇ ਪਬਲਿਕ ਡਾਕੂਮੈਂਟ ਦੀ ਇੱਕ ਸਰਟੀਫਾਈਡ ਕਾਪੀ ਚਾਹੀਦੀ ਹੈ, ਹੀ ਵਿਲ ਪੇ ਦੀ ਲੀਗਲ ਫੀਸ ਇਨ ਰਿਲੇਸ਼ਨ ਟੂ ਦੈਟ ਪਬਲਿਕ ਡਾਕੂਮੈਂਟ। ਤੇ ਹੁਣ ਪਬਲਿਕ ਆਫੀਸਰ ਉਸ ਨੂੰ ਇੱਕ ਸਰਟੀਫਿਕੇਟ ਦੇਗਾ। तो सर्टिफिकेट की किदा देगा, तो सर्टिफिकेट देने का तरीका की आ, सर्टिफिकेट ਦੇ ਵਿੱਚ ਉਸ ਕਾਪੀ ਦੇ ਨੀਚੇ ਲਿਖਿਆ ਜਾਏਗਾ that it is a true copy of such a document। ਇਹ ਉਸ ਡਾਕੂਮੈਂਟ ਦੀ ਇੱਕ ਟਰੂ ਕਾਪੀ ਹੈਗੀ ਆ। ਤੇ ਜਾਂ ਅਗਰ ਪਬਲਿਕ ਡਾਕੂਮੈਂਟ ਬਹੁਤ ਵੱਡੇ ਲੈਵਲ ਦੇ ਉੱਤੇ ਕੋਈ ਕਿਤਾਬ ਹੈਗੀ ਆ ਤੇ ਕੋਈ ਰੈਲੀਵੈਂਟ ਪਾਰਟ ਹੀ ਉਸ ਕਾਪੀ ਦਾ ਸਾਨੂੰ ਚਾਹੀਦਾ ਏ, ਤੇ ਜਾਂ ਉਸ ਵੱਡੇ ਪਬਲਿਕ ਡਾਕੂਮੈਂਟ ਦੇ ਪਾਰਟ ਦੀ ਸਰਟੀਫਾਈਡ ਟਰੂ ਕਾਪੀ ਹੈਗੀ ਆ, ਐਜ਼ ਦ ਕੇਸ ਮੇ ਬੀ। ਤੇ ਉਸ ਸਰਟੀਫਿਕੇਟ ਦੇ ਉੱਤੇ ਡੇਟ ਪਾਈ ਜਾਏਗੀ, ਉਸ ਸਰਟੀਫਿਕੇਟ ਦੇ ਉੱਤੇ ਸਾਈਨ ਕੀਤਾ ਜਾਏਗਾ ਉਸ ਆਫੀਸਰ ਦੇ ਦੁਆਰਾ ਆਪਣੇ ਨਾਮ ਦੇ ਨਾਲ, ਤੇ ਨਾਲ ਉਹ ਪਬਲਿਕ ਆਫੀਸਰ ਆਪਣਾ ਆਫੀਸ਼ੀਅਲ ਟਾਈਟਲ ਦੱਸੇਗਾ ਐਟ ਵਾਟ ਇਜ਼ ਮਾਈ ਆਫੀਸ਼ੀਅਲ ਟਾਈਟਲ। ਉਸ ਡਾਕੂਮੈਂਟ ਦੇ ਉੱਤੇ ਸੀਲ ਵੀ ਲਾਈ ਜਾਏਗੀ ਅਗਰ ਉਸ ਆਫੀਸਰ ਨੂੰ ਆਥੋਰਾਈਜ਼ ਕੀਤਾ ਗਿਆ ਹੈ ਬਾਈ ਦੀ ਲਾਅ ਟੂ ਮੇਕ ਯੂਜ਼ ਆਫ ਅ ਸੀਲ। ਤੇ ਇਸ ਤਰ੍ਹਾਂ ਦੀ ਜੋ ਕਾਪੀ ਤਿਆਰ ਹੋਏਗੀ ਉਸ ਨੂੰ ਅਸੀਂ ਕੀ ਕਵਾਂਗੇ, ਸਰਟੀਫਾਈਡ ਕਾਪੀ ਕਵਾਂਗੇ। I want to repeat the bare language of section 76। तो के देखो जी की लिखा, every public officer having the custody of a public document which any person has a right to inspect shall give that person on demand a copy of it on payment of the legal fees thereof, together with a certificate written at the foot of such copy that it is a true copy of such a document or part thereof as the case may be, and such certificate shall be dated। उस certificate ਦੇ ਉੱਤੇ date ਪਾਈ ਜਾਏਗੀ। it must be subscribed, it must have the signature of such officer with his name and his official title and shall be sealed। ਤੇ ਇਸ ਦੇ ਉੱਤੇ seal ਵੀ ਲਾਈ ਜਾਏਗੀ, ਮੋਹਰ ਵੀ ਲਾਈ ਜਾਏਗੀ whenever such officer is authorized by law to make use of a seal। ਤੇ ਇਸ ਤਰ੍ਹਾਂ ਦੀ ਜੋ ਕਾਪੀ ਸਰਟੀਫਾਈਡ ਹੋਏਗੀ ਇਸ ਨੂੰ ਅਸੀਂ ਕੀ ਨਾਮ ਦਿੰਦੇ ਆ, ਸਰਟੀਫਾਈਡ ਕਾਪੀ। ਐਂਡ ਸੱਚ ਕਾਪੀ ਸੋ ਸਰਟੀਫਾਈਡ ਸ਼ੈਲ ਬੀ ਕਾਲਡ ਸਰਟੀਫਾਈਡ ਕਾਪੀ। ਤੋਂ ਐਕਸਪਲੇਨੇਸ਼ਨ ਦੇ ਵਿੱਚ ਇਹ ਗੱਲ ਨੂੰ ਕਲੈਰੀਫਾਈ ਕਰ ਦਿੱਤਾ ਹੈ ਕਿ ਅਗਰ ਕੋਈ ਆਫੀਸਰ ਜੋ ਕਿ ਆਪਣੀ ਆਫੀਸ਼ੀਅਲ ਡਿਊਟੀ ਦੇ ਆਰਡੀਨਰੀ ਕੋਰਸ ਦੇ ਵਿੱਚ ਇੱਕ ਪਬਲਿਕ ਡਾਕੂਮੈਂਟ ਦੀਆਂ ਸਰਟੀਫਾਈਡ ਕਾਪੀਜ਼ ਨੂੰ ਡਿਲੀਵਰ ਕਰਨ ਦੇ ਲਈ ਜਦੋਂ ਕਾਨੂੰਨ ਦੇ ਵਿੱਚ ਆਥੋਰਾਈਜ਼ ਕੀਤਾ ਗਿਆ ਹੁੰਦਾ ਏ, ਤੇ ਉਸ ਨੂੰ ਇਹ ਮੰਨਿਆ ਜਾਊਗਾ ਕਿ ਉਸ ਵਿਅਕਤੀ ਦੇ ਕੋਲ ਉਹਨਾਂ ਡਾਕੂਮੈਂਟ ਦੀ ਕਸਟਡੀ ਹੈਗੀ ਆ ਵਿਦਿਨ ਦਾ ਮੀਨਿੰਗ ਆਫ ਸੈਕਸ਼ਨ ਨੰਬਰ 76। ਤੋਂ ਕੀ ਲਿਖਿਆ ਹੈ ਜੀ, ਐਨੀ ਆਫੀਸਰ who by the ordinary course of official duty is authorized to deliver such copies shall be deemed to have the custody of such a document within the meaning of this section। so this is something about section number 76। तो section number 76 ਤੋਂ ਬਾਅਦ ਵਿੱਚ ਅਗਲੇ ਸੈਕਸ਼ਨ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਜੇ ਕੋਈ ਪਬਲਿਕ ਡਾਕੂਮੈਂਟ ਨੂੰ ਅਸੀਂ ਸਾਬਤ ਕਰਨਾ ਹੈ
मान लो एक पब्लिक डॉक्यूमेंट ਦੇ ਕੰਟੈਂਟ ਨੂੰ ਸਾਬਤ ਕਰਨਾ ਹੈ तो ਕੀ ਉਸ ਪਬਲਿਕ ਡਾਕੂਮੈਂਟ ਨੂੰ ਓਰੀਜਨਲੀ ਕੋਰਟ ਦੇ ਵਿੱਚ ਲੈ ਕੇ ਆਣਾ ਪਊਗਾ। ਸੈਕਸ਼ਨ 77 ਇਸ ਕੁਐਸਚਨ ਦਾ ਜਵਾਬ ਦਿੰਦਾ ਹੈ ਕਿ ਅਗਰ ਅਸੀਂ ਪਬਲਿਕ ਡਾਕੂਮੈਂਟ ਦੇ ਕੰਟੈਂਟ ਨੂੰ ਸਾਬਤ ਕਰਨਾ ਹੈ ਜੋ ਸੈਕਸ਼ਨ 76 ਦੇ ਵਿੱਚ ਉਸ ਪਬਲਿਕ ਡਾਕੂਮੈਂਟ ਦੀ ਸਰਟੀਫਾਈਡ ਕਾਪੀ ਇਸ਼ੂ ਕੀਤੀ ਜਾਂਦੀ ਹੈ ਬਾਈ ਦੀ ਪਬਲਿਕ ਆਫੀਸਰ, ਉਸ ਸਰਟੀਫਾਈਡ ਕਾਪੀਸ ਨੂੰ ਟੈਂਡਰ ਕਰਕੇ ਅਸੀਂ ਪਬਲਿਕ ਡਾਕੂਮੈਂਟ ਜਾਂ ਪਬਲਿਕ ਡਾਕੂਮੈਂਟ ਦੇ ਕਿਸੇ ਪਾਰਟ ਨੂੰ ਸਾਬਤ ਕਰ ਸਕਦੇ ਹਾਂ। तो ਸੈਕਸ਼ਨ 77 ਦੇ ਵਿੱਚ ਕੀ ਲਿਖਿਆ ਹੈ ਜੀ, ਇੱਕ ਵਾਰ ਮੈਂ ਥੋੜਾ ਜਿਹਾ ਉੱਪਰ ਕਰ ਦਿੰਦਾ। ਸੈਕਸ਼ਨ 77 ਸਟੇਟਸ proof of documents by production of certified copies। ਕੀ ਲਿਖਿਆ ਹੈ ਜੀ, such certified copies ਜੋ ਸੈਕਸ਼ਨ 76 ਦੇ ਵਿੱਚ ਇਸ਼ੂ ਕੀਤੀ ਜਾਂਦੀ ਹੈ ਕਿਸੇ ਵਿਅਕਤੀ ਨੂੰ on payment of legal fees may be produced, ਉਸ ਨੂੰ ਵੀ ਪ੍ਰੋਡਿਊਸ ਕੀਤਾ ਜਾ ਸਕਦਾ ਹੈ in proof of the contents of public document or parts of the public documents of which they purport to be copies। ਸੋ ਕਹਿਣ ਦਾ ਮਤਲਬ ਇਹ ਕਿ ਇਹ ਨਹੀਂ ਕਿ ਪਬਲਿਕ ਡਾਕੂਮੈਂਟ ਨੂੰ ਤੁਸੀਂ ਓਰੀਜਨਲੀ ਬ੍ਰੌਟ ਨਹੀਂ ਕਰ ਸਕਦੇ, ਤੁਸੀਂ ਉਸ ਪਬਲਿਕ ਡਾਕੂਮੈਂਟ ਨੂੰ ਓਰੀਜਨਲੀ ਵੀ ਕੋਰਟ ਦੇ ਵਿੱਚ ਮੰਗਵਾ ਸਕਦੇ ਹੋ ਤੇ ਓਰੀਜਨਲ ਨਾਲ ਕੰਪੇਅਰ ਕਰਕੇ ਉਹਦੀ ਕਾਪੀ ਤੁਸੀਂ ਕੋਰਟ ਦੇ ਵਿੱਚ ਟੈਂਡਰ ਕਰ ਸਕਦੇ ਹੋ ਫॉर द ਪਰਪਸ ਆਫ ਐਵੀਡੈਂਸ। ਪਰ ਅਗਰ ਅਸੀਂ ਗੱਲ ਕਰੀਏ ਕਿ ਅਗਰ ਅਸੀਂ ਪਬਲਿਕ ਡਾਕੂਮੈਂਟ ਨੂੰ ਨਹੀਂ ਮੰਗਵਾਉਂਦੇ, ਸਾਡੇ ਕੋਲ ਪਬਲਿਕ ਡਾਕੂਮੈਂਟ ਦੀ ਇੱਕ ਸਰਟੀਫਾਈਡ ਕਾਪੀ ਅਵੇਲੇਬਲ ਹੈਗੀ ਆ, ਤਾਂ ਉਸ ਸਰਟੀਫਾਈਡ ਕਾਪੀ ਨੂੰ ਵੀ ਪ੍ਰੋਡਿਊਸ ਕੀਤਾ ਜਾ ਸਕਦਾ ਹੈ ਕਿਸੇ ਪਬਲਿਕ ਡਾਕੂਮੈਂਟ ਦੇ ਕੰਟੈਂਟ ਨੂੰ ਸਾਬਤ ਕਰਨ ਦੇ ਲਈ। ਮੈਂ ਸੈਕਸ਼ਨ 77 ਇੱਕ ਵਾਰ ਰਿਪੀਟ ਕਰ ਦਿੰਦਾ। Such certified copies may be produced in proof of the contents of public documents or part of the public documents of which they purport to be copies। This is something about section number 77 of Indian Evidence Act 1872। ਹੁਣ ਅਸੀਂ ਉਸ ਤੋਂ ਬਾਅਦ ਵਿੱਚ, ਇਹ ਤਾਂ ਗੱਲ ਹੋ ਗਈ ਸਿੰਪਲ ਡਾਕੂਮੈਂਟ। ਇਸ ਤੋਂ ਇਲਾਵਾ ਅਗਰ ਕੋਈ ਹੋਰ ਆਫੀਸ਼ੀਅਲ ਡਾਕੂਮੈਂਟ ਹੁੰਦੇ ਨੇ ਤੇ ਹੋਰ ਆਫੀਸ਼ੀਅਲ ਡਾਕੂਮੈਂਟ ਨੂੰ ਸਾਬਤ ਕਰਨ ਦਾ ਤਰੀਕਾ ਕੀ ਆ, ਇਹ ਸੈਕਸ਼ਨ ਨੰਬਰ 78 ਦੇ ਵਿੱਚ ਦੱਸਿਆ ਹੈ। ਸੋ ਸੈਕਸ਼ਨ 78 ਦੇ ਵਿੱਚ ਟੋਟਲ 6 ਤਰ੍ਹਾਂ ਦੇ ਅਦਰ ਪਬਲਿਕ ਆਫੀਸ਼ੀਅਲ ਡਾਕੂਮੈਂਟ ਦੇ ਬਾਰੇ ਗੱਲ ਦੱਸੀ ਆ, ਜਿਨ੍ਹਾਂ ਨੂੰ ਇਹਨਾਂ ਦੇ ਪੁਆਇੰਟ ਟੂ ਪੁਆਇੰਟ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਸਾਬਤ ਕੀਤਾ ਜਾ ਸਕਦਾ ਹੈ। ਵੀ ਵਿਲ ਡਿਸਕਸ ਕਲੌਜ਼ ਬਾਈ ਕਲੌਜ਼ ਕਿ ਕਿਸੇ ਹੋਰ ਤਰ੍ਹਾਂ ਦੇ ਆਫੀਸ਼ੀਅਲ ਡਾਕੂਮੈਂਟ ਨੂੰ ਕਿਸ ਤਰੀਕੇ ਨਾਲ ਅਸੀਂ ਕੋਰਟ ਦੇ ਵਿੱਚ ਸਾਬਤ ਕਰ ਸਕਦੇ ਹਾਂ। ਆਓ ਜੀ ਸੈਕਸ਼ਨ 78 ਦੇ ਬਾਰੇ ਡਿਸਕਸ਼ਨ ਕਰਦੇ ਹਾਂ। ਪ੍ਰੂਫ ਆਫ ਅਦਰ ਆਫੀਸ਼ੀਅਲ ਡਾਕੂਮੈਂਟ, the following public documents may be proved as follows। ਨੰਬਰ 1, ਅਗਰ ਕੋਈ ਐਕਟ ਮਤਲਬ ਸੈਂਟਰਲ ਗਵਰਨਮੈਂਟ ਦੇ ਦੁਆਰਾ ਇਸ਼ੂ ਕੀਤਾ ਹੈ, ਅਗਰ ਸੈਂਟਰਲ ਗਵਰਨਮੈਂਟ ਨੇ ਕੋਈ ਆਰਡਰ ਜਾਂ ਨੋਟੀਫਿਕੇਸ਼ਨ ਇਸ਼ੂ ਕੀਤੀ ਗਈ ਹੈ ਤੇ ਜਾਂ ਅਗਰ ਸੈਂਟਰਲ ਗਵਰਨਮੈਂਟ ਦੇ ਕਿਸੇ ਡਿਪਾਰਟਮੈਂਟ ਦੇ ਵੱਲੋਂ ਕੋਈ ਨੋਟੀਫਿਕੇਸ਼ਨ, ਕੋਈ ਆਰਡਰ ਜਾਂ ਐਕਟ ਇਸ਼ੂ ਕੀਤਾ ਗਿਆ ਹੈ ਤੇ ਜਾਂ ਕਰਾਊਨ ਰਿਪਰੈਜ਼ੈਂਟੇਟਿਵ ਦੇ ਵੱਲੋਂ ਕੋਈ ਐਕਟ, ਆਰਡਰ ਜਾਂ ਨੋਟੀਫਿਕੇਸ਼ਨ ਇਸ਼ੂ ਕੀਤੀ ਗਈ ਆ ਤੇ ਜਾਂ ਸਟੇਟ ਗਵਰਨਮੈਂਟ ਦੇ ਵੱਲੋਂ ਕੋਈ ਐਕਟ, ਆਰਡਰ ਜਾਂ ਨੋਟੀਫਿਕੇਸ਼ਨ ਇਸ਼ੂ ਕੀਤੀ ਗਈ ਆ ਜਾਂ ਸਟੇਟ ਗਵਰਨਮੈਂਟ ਦੇ ਕਿਸੇ ਡਿਪਾਰਟਮੈਂਟ ਦੇ ਵੱਲੋਂ ਕੋਈ ਨੋਟੀਫਿਕੇਸ਼ਨ, ਆਰਡਰ ਜਾਂ ਐਕਟ ਇਸ਼ੂ ਕੀਤਾ ਗਿਆ ਹੈ ਤੇ ਉਸ ਨੂੰ ਸਾਬਤ ਕਰਨ ਦਾ ਤਰੀਕਾ ਕੀ ਆ, ਤੁਸੀਂ ਉਸ ਡਿਪਾਰਟਮੈਂਟ ਦੇ ਰਿਕਾਰਡ ਦੇ ਵਿੱਚੋਂ ਰਿਕਾਰਡ ਨੂੰ ਸਰਟੀਫਾਈਡ ਕਰਵਾ ਸਕਦੇ ਹੋ ਉਸ ਕੰਸਰਨਡ ਡਿਪਾਰਟਮੈਂਟ ਦੇ ਹੈਡ ਦੇ ਦੁਆਰਾ। ਠੀਕ ਹੈ ਜੀ, ਬਾਈ ਦਾ ਰਿਕਾਰਡਸ ਆਫ ਦਾ ਡਿਪਾਰਟਮੈਂਟ ਸਰਟੀਫਾਈਡ ਬਾਈ ਦੀ ਹੈਡ ਆਫ ਦੋਜ਼ ਡਿਪਾਰਟਮੈਂਟਸ ਰਿਸਪੈਕਟਿਵਲੀ। ਠੀਕ ਹੈ ਜੀ, ਤੇ ਜਾਂ ਕੀ ਆ, ਔਰ ਬਾਈ ਐਨੀ ਡਾਕੂਮੈਂਟ purporting to be printed by the order of any such government। ਅਗਰ ਕੋਈ ਡਾਕੂਮੈਂਟ ਉਸ ਗਵਰਨਮੈਂਟ ਦੀ ਪਰਮਿਸ਼ਨ ਦੇ ਨਾਲ, ਉਸ ਗਵਰਨਮੈਂਟ ਦੇ ਆਰਡਰ ਦੇ ਨਾਲ ਪ੍ਰਿੰਟ ਹੁੰਦਾ ਏ ਤੇ ਜਾਂ ਕਰਾਊਨ ਰਿਪਰੈਜ਼ੈਂਟੇਟਿਵ ਦੇ ਆਰਡਰ ਦੇ ਨਾਲ ਕੋਈ ਡਾਕੂਮੈਂਟ ਪ੍ਰਿੰਟ ਹੁੰਦਾ ਏ ਤੇ ਉਸ ਡਾਕੂਮੈਂਟ ਨੂੰ ਵੀ ਤੁਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਐਕਟ, ਆਰਡਰ ਜਾਂ ਨੋਟੀਫਿਕੇਸ਼ਨ ਨੂੰ ਸਾਬਤ ਕਰ ਸਕਦੇ ਹੋ। ਤਾਂ ਪਹਿਲਾ ਤਰੀਕਾ ਅਸੀਂ ਪੜਿਆ ਸੈਕਸ਼ਨ 78 ਦੇ ਵਿੱਚ, ਅਗਰ ਕੋਈ ਸੈਂਟਰਲ ਗਵਰਨਮੈਂਟ ਜਾਂ ਸੈਂਟਰਲ ਗਵਰਨਮੈਂਟ ਦਾ ਡਿਪਾਰਟਮੈਂਟ ਆ ਜਾਂ ਕਰਾਊਨ ਦਾ ਕੋਈ ਡਿਪਾਰਟਮੈਂਟ ਹੈਗਾ ਏ ਜਾਂ ਕਰਾਊਨ ਦੇ ਵੱਲੋਂ ਕੋਈ ਐਕਟ, ਆਰਡਰ ਜਾਂ ਨੋਟੀਫਿਕੇਸ਼ਨ ਇਸ਼ੂ ਕੀਤੀ ਗਈ ਆ ਜਾਂ ਕਿਸੇ ਸਟੇਟ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੇ ਕਿਸੇ ਡਿਪਾਰਟਮੈਂਟ ਦੇ ਵੱਲੋਂ ਕੋਈ ਐਕਟ, ਆਰਡਰ ਜਾਂ ਨੋਟੀਫਿਕੇਸ਼ਨ ਇਸ਼ੂ ਕੀਤਾ ਹੈ ਜਿਸ ਨੂੰ ਅਸੀਂ ਕੋਰਟ ਦੇ ਵਿੱਚ ਸਾਬਤ ਕਰਨਾ ਚਾਹੁੰਦੇ ਹਾਂ ਤੇ ਉਸ ਡਿਪਾਰਟਮੈਂਟ ਦੇ ਰਿਕਾਰਡਸ ਦੀ ਸਰਟੀਫਾਈਡ ਕਾਪੀ ਜੋ ਕਿ ਡਿਪਾਰਟਮੈਂਟ ਦੇ ਹੈਡ ਦੇ ਦੁਆਰਾ ਸਰਟੀਫਾਈਡ ਹੋਏਗੀ,
ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਉਸ ਐਕਟ ਆਰਡਰ ਜਾਂ ਨੋਟੀਫਿਕੇਸ਼ਨ ਨੂੰ ਸਾਬਤ ਕਰ ਸਕਦੇ ਹਾਂ। ਤੇ ਜਾਂ ਕੋਈ ਡਾਕੂਮੈਂਟ ਅਸੀਂ ਉਸ ਕੋਰਟ ਦੇ ਵਿੱਚ ਪੇਸ਼ ਕਰ ਸਕਦੇ ਹਾਂ ਜੋ ਕਿ ਉਸ ਗਵਰਨਮੈਂਟ ਦੇ ਆਰਡਰ ਦੇ ਰਾਹੀਂ ਜਾਂ ਕਰਾਊਨ ਰਿਪਰੈਜ਼ੈਂਟੇਟਿਵ ਦੇ ਆਰਡਰ ਦੇ ਰਾਹੀਂ ਛਾਪਿਆ ਗਿਆ ਹੈ। ਸੋ ਦਿਸ ਇਜ਼ ਸਮਥਿੰਗ ਅਬਾਊਟ ਫਸਟ ਕਲੌਜ਼ ਆਫ ਸੈਕਸ਼ਨ 78। ਹੁਣ ਉਸ ਤੋਂ ਬਾਅਦ ਵਿੱਚ ਨੰਬਰ 2 ਦੇ ਉੱਤੇ ਗੱਲ ਕਰਦੇ ਹਾਂ। ਅਗਰ ਕਿਸੇ ਲੈਜਿਸਲੇਚਰ ਦੀ ਪ੍ਰੋਸੀਡਿੰਗਸ ਨੂੰ ਕੋਰਟ ਦੇ ਵਿੱਚ ਸਾਬਤ ਕਰਨਾ ਹੈ ਤਾਂ ਕਿਸ ਤਰੀਕੇ ਨਾਲ ਸਾਬਤ ਕੀਤਾ ਜਾ ਸਕਦਾ ਹੈ? ਇਸ ਨੂੰ ਸਾਬਤ ਕਰਨ ਦੇ ਲਈ ਲੈਜਿਸਲੇਚਰ ਦੇ ਦੁਆਰਾ ਅਗਰ ਕੋਈ ਆਥੋਰਾਈਜ਼ਡ ਜਰਨਲ ਹੈਗਾ ਏ ਤਾਂ ਜਰਨਲ ਨੂੰ ਪੇਸ਼ ਕਰਕੇ ਵੀ ਅਸੀਂ ਉਸ ਲੈਜਿਸਲੇਚਰ ਦੀ ਪ੍ਰੋਸੀਡਿੰਗ ਨੂੰ ਕੋਰਟ ਦੇ ਵਿੱਚ ਸਾਬਤ ਕਰ ਸਕਦੇ ਹਾਂ ਬਾਈ ਦਾ ਜਰਨਲ ਆਫ ਦੋਸ ਬਾਡੀਜ਼ ਰਿਸਪੈਕਟਿਵਲੀ। ਲੈਜਿਸਲੇਚਰ ਬਾਡੀ ਕਿਹੜੀਆਂ ਹੁੰਦੀਆਂ? ਜਾਂ ਤਾਂ ਪਾਰਲੀਮੈਂਟ ਹੋਏਗੀ ਜਾਂ ਸਟੇਟ ਲੈਜਿਸਲੇਚਰ ਹੋਏਗੀ। तो अगर कहने का मतलब पार्लीमेंट या स्टेट लैजिसलेचर की किसी प्रोसीडिंग ਨੂੰ ਸਾਬਤ ਕਰਨਾ ਹੈ तो ਉਹਨਾਂ ਦੇ ਜਰਨਲਸ ਦੀ ਕਾਪੀ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਉਸ ਨੂੰ ਸਾਬਤ ਕਰ ਸਕਦੇ ਹਾਂ। ਤੇ ਜਾਂ ਔਰ ਬਾਈ ਪਬਲਿਸ਼ਡ ਐਕਟਸ ਔਰ ਐਕਸਟ੍ਰੈਕਟਸ ਐਬਸਟ੍ਰੈਕਟਸ ਔਰ ਬਾਈ ਕਾਪੀਜ਼ purporting to be printed by the order of the government concerned। ਤੇ ਜਾਂ ਜੋ ਉਹਨਾਂ ਦੇ ਪਬਲਿਸ਼ਡ ਐਕਟ ਹੁੰਦੇ ਆ ਜਾਂ ਐਬਸਟ੍ਰੈਕਟ ਹੁੰਦੇ ਆ ਤੇ ਜਾਂ ਕਾਪੀਆਂ ਜੋ ਕਿ ਗਵਰਨਮੈਂਟ ਕੰਸਰਨ ਦੇ ਆਰਡਰ ਦੇ ਨਾਲ ਛਪਦੀਆਂ ਨੇ ਉਹਨਾਂ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕਰਕੇ ਲੈਜਿਸਲੇਚਰ ਦੀਆਂ ਪ੍ਰੋਸੀਡਿੰਗਸ ਨੂੰ ਅਸੀਂ ਸਾਬਤ ਕਰ ਸਕਦੇ ਹਾਂ। ਨੰਬਰ 3 ਦੇ ਉੱਤੇ ਕੀ ਹੈ? ਅਗਰ ਮੰਨ ਲਓ ਇੰਗਲੈਂਡ ਦੀ ਰਾਣੀ ਦੇ ਵੱਲੋਂ ਕੋਈ ਪ੍ਰੋਕਲਾਮੇਸ਼ਨ ਆਰਡਰ ਜਾਂ ਰੈਗੂਲੇਸ਼ਨ ਇਸ਼ੂ ਕੀਤਾ ਗਿਆ ਹੈ ਜਾਂ ਪ੍ਰੀਵੀ ਕਾਉਂਸਲ ਦੇ ਵੱਲੋਂ ਕੋਈ ਪ੍ਰੋਕਲਾਮੇਸ਼ਨ ਆਰਡਰ ਜਾਂ ਰੈਗੂਲੇਸ਼ਨ ਇਸ਼ੂ ਕੀਤਾ ਗਿਆ ਹੈ ਤੇ ਜਾਂ ਉਹਦੀ ਮੈਜੈਸਟੀ ਦੀ ਗਵਰਨਮੈਂਟ ਦੇ ਕਿਸੇ ਡਿਪਾਰਟਮੈਂਟ ਦੇ ਵੱਲੋਂ ਕੋਈ ਪ੍ਰੋਕਲਾਮੇਸ਼ਨ ਆਰਡਰ ਜਾਂ ਰੈਗੂਲੇਸ਼ਨ ਇਸ਼ੂ ਕੀਤਾ ਗਿਆ ਹੈ ਜੋ ਕਿ ਅਸੀਂ ਕੋਰਟ ਦੇ ਵਿੱਚ ਸਾਬਤ ਕਰਨਾ ਚਾਹੁੰਦੇ ਹਾਂ ਤਾਂ ਕੀ ਹੈਗਾ ਇਹ? ਲੰਡਨ ਗਜ਼ਟ ਦੇ ਵਿੱਚ ਉਸ ਪ੍ਰੋਕਲਾਮੇਸ਼ਨ ਦੀ ਕਾਪੀ ਜਾਂ ਐਕਸਟ੍ਰੈਕਟ ਨੂੰ ਜੋ ਕਿ ਲੰਡਨ ਗਜ਼ਟ ਦੇ ਵਿੱਚ ਕੰਟੇਨ ਹੈਗੀ ਆ ਔਰ which copy is printed by the permission of by the queen's printer ਉਸ ਕਾਪੀ ਨੂੰ ਵੀ ਅਸੀਂ ਕੋਰਟ ਦੇ ਵਿੱਚ ਸਾਬਤ ਕਰ ਦੇ ਨਾਲ ਉਸ ਪ੍ਰੋਕਲਾਮੇਸ਼ਨ ਆਰਡਰ ਜਾਂ ਰੈਗੂਲੇਸ਼ਨ ਨੂੰ ਸਾਬਤ ਕਰ ਸਕਦੇ ਹਾਂ। ਨੰਬਰ 4 ਦੇ ਵਿੱਚ ਕੀ ਆ? ਅਗਰ ਕਿਸੇ ਐਗਜ਼ੀਕਿਊਟਿਵ ਦੇ ਐਕਟ ਨੂੰ ਜਾਂ ਲੈਜਿਸਲੇਚਰ ਆਫ ਅ ਫੋਰਨ ਕੰਟਰੀ ਦੀਆਂ ਪ੍ਰੋਸੀਡਿੰਗਸ ਨੂੰ ਅਸੀਂ ਸਾਬਤ ਕਰਨਾ ਚਾਹੁੰਦੇ ਹਾਂ ਤਾਂ ਉਹਨਾਂ ਦੇ ਜਰਨਲਸ ਦੀਆਂ ਕਾਪੀਆਂ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਨੂੰ ਸਾਬਤ ਕਰ ਸਕਦੇ ਹਾਂ। ਤਾਂ ਕੀ ਲਿਖਿਆ ਜੀ? ਬਾਈ ਦਾ ਜਰਨਲ ਪਬਲਿਸ਼ਡ ਬਾਈ देयर ਅਥਾਰਟੀ or those journals which are commonly received in that foreign country as such or by a certified copy under the seal of the country or sovereign or by a recognition thereof in some central act। ਕਹਿਣ ਦਾ ਮਤਲਬ ਜਰਨਲ ਦੀਆਂ ਕਾਪੀਆਂ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਕਿਸੇ ਐਗਜ਼ੀਕਿਊਟਿਵ ਜਾਂ ਲੈਜਿਸਲੇਚਰ ਦੇ ਐਕਟ ਜੋ ਕਿ ਫੋਰਨ ਕੰਟਰੀ ਦੀਆਂ ਐਗਜ਼ੀਕਿਊਟਿਵ ਜਾਂ ਲੈਜਿਸਲੇਚਰ ਆ ਉਹਨਾਂ ਦੀਆਂ ਪ੍ਰੋਸੀਡਿੰਗਸ ਨੂੰ ਸਾਬਤ ਕਰ ਸਕਦੇ ਹਾਂ। ਤੇ ਜੇ ਅਸੀਂ ਕਿਸੇ ਸਟੇਟ ਦੀ ਮਿਊਨਿਸਪਲ ਬਾਡੀ ਦੀ ਪ੍ਰੋਸੀਡਿੰਗਸ ਨੂੰ ਸਾਬਤ ਕਰਨਾ ਚਾਹੁੰਦੇ ਆ ਤਾਂ ਫਿਰ ਕੀ ਆ? ਉਹਨਾਂ ਪ੍ਰੋਸੀਡਿੰਗਸ ਦੀ ਅਗਰ ਕੋਈ ਕਾਪੀ ਹੈਗੀ ਆ ਜੋ ਕਿ ਉਹਨਾਂ ਦੇ ਲੀਗਲ ਕੀਪਰ ਦੇ ਦੁਆਰਾ ਸਰਟੀਫਾਈਡ ਕੀਤੀ ਗਈ ਆ ਤੇ ਜਾਂ ਉਹਨਾਂ ਦੀ ਕੋਈ ਅਗਰ ਪ੍ਰਿੰਟਡ ਬੁੱਕ ਹੈਗੀ ਆ ਜੋ ਕਿ ਉਸ ਮਿਊਨਿਸਪਲ ਬਾਡੀ ਦੀ ਅਥਾਰਟੀ ਦੇ ਨਾਲ ਪਬਲਿਸ਼ ਹੋਈ ਆ ਉਹਦੀ ਪ੍ਰਿੰਟਡ ਬੁੱਕ ਨੂੰ ਕੋਰਟ ਦੇ ਵਿੱਚ ਟੈਂਡਰ ਕਰਕੇ ਉਹਦੀਆਂ ਮਿਊਨਿਸਪਲ ਬਾਡੀ ਦੀਆਂ ਪ੍ਰੋਸੀਡਿੰਗਸ ਨੂੰ ਅਸੀਂ ਸਾਬਤ ਕਰ ਸਕਦੇ ਹਾਂ। ਉਸ ਤੋਂ ਬਾਅਦ ਵਿੱਚ ਅਗਰ ਫੋਰਨ ਕੰਟਰੀ ਦੀ ਕੋਈ ਕਲਾਸ ਹੈਗੀ ਆ ਤੇ ਹੋਰ ਕੋਈ ਕਲਾਸ ਦਾ ਕੋਈ ਪਬਲਿਕ ਡਾਕੂਮੈਂਟ ਹੈਗਾ ਏ ਤੇ ਜਾਂ ਤਾਂ ਅਸੀਂ ਉਸ ਪਬਲਿਕ ਡਾਕੂਮੈਂਟ ਨੂੰ ਓਰੀਜਨਲੀ ਕੋਰਟ ਦੇ ਵਿੱਚ ਟੈਂਡਰ ਕਰਕੇ ਸਾਬਤ ਕਰ ਸਕਦੇ ਹਾਂ ਤੇ ਜਾਂ ਉਹਦੀ ਜੋ ਸਰਟੀਫਾਈਡ ਕਾਪੀ ਆ ਜੋ ਕਿ ਲੀਗਲ ਆਫੀਸਰ ਦੇ ਦੁਆਰਾ ਲੀਗਲ ਕੀਪਰ ਦੇ ਦੁਆਰਾ ਸਰਟੀਫਾਈਡ ਹੋਏਗੀ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਉਹਨੂੰ ਸਾਬਤ ਕਰ ਸਕਦੇ ਹਾਂ। ਪਰ ਇੱਕ ਗੱਲ ਬੜੀ ਇੰਪੋਰਟੈਂਟ ਆ, ਲੀਗਲ ਕੀਪਰ ਦੀ ਸਰਟੀਫਾਈਡ ਕਾਪੀ ਇਜ਼ ਨਾਟ ਮੋਰ ਦੈਨ ਸਫੀਸ਼ੀਐਂਟ। ਉਸ ਲੀਗਲ ਕੀਪਰ ਦੀ ਸਰਟੀਫਾਈਡ ਕਾਪੀ ਦੇ ਨਾਲ ਇੱਕ ਸਰਟੀਫਿਕੇਟ ਵੀ ਹੋਏਗਾ which will be issued under the seal of notary public or of an Indian consul or diplomatic agent that the copy is duly certified by the officer having the legal custody of the original। ਕਿ ਇਸ ਕਾਪੀ ਨੂੰ ਸੱਚਮੁੱਚ ਲੀਗਲ ਕੀਪਰ ਦੇ ਦੁਆਰਾ ਹੀ ਸਰਟੀਫਾਈਡ ਕੀਤਾ ਗਿਆ ਹੈ and upon proof of the character of the document according to the law of the foreign country। ਤੇ ਫੋਰਨ ਕੰਟਰੀ ਦੇ ਕਾਨੂੰਨ ਦੇ ਅਕੋਰਡਿੰਗਲੀ ਹੀ ਇਸ ਡਾਕੂਮੈਂਟ ਦੇ ਕੰਟੈਂਟ ਨੂੰ ਸਾਬਤ ਹੋਣ ਤੋਂ ਬਾਅਦ ਵਿੱਚ ਹੀ ਲੀਗਲ ਕੀਪਰ ਨੇ ਸਰਟੀਫਾਈਡ ਕੀਤਾ ਹੈ।
So these are some ways to prove the other official document before the court. तो ਅੱਜ ਦੇ ਅਸੀਂ ਇਸ ਲੈਕਚਰ ਦੇ ਵਿੱਚ ਕੁਝ ਗੱਲ ਕੀਤੀ ਪਬਲਿਕ ਡਾਕੂਮੈਂਟ ਦੇ ਬਾਰੇ। ਸੈਕਸ਼ਨ 74 ਡਿਫਾਈਨ ਕਰਦਾ ਹੈ ਵਾਟ ਇਜ਼ ਦ ਮੀਨਿੰਗ ਆਫ ਪਬਲਿਕ ਡਾਕੂਮੈਂਟ। ਸੈਕਸ਼ਨ 75 ਡੀਲ ਕਰਦਾ ਹੈ what is the meaning of private document। section 76 deal करता है certified copies of public document how to be given। section 77 ਦੇ ਵਿੱਚ ਅਸੀਂ ਪੜਿਆ ਕਿ ਪਬਲਿਕ ਡਾਕੂਮੈਂਟ ਨੂੰ ਸਾਬਤ ਪਬਲਿਕ ਡਾਕੂਮੈਂਟ ਦੀ ਸਰਟੀਫਾਈਡ ਕਾਪੀ ਪ੍ਰੋਡਿਊਸ ਕਰਕੇ ਕੀਤਾ ਜਾ ਸਕਦਾ ਹੈ। ਸੈਕਸ਼ਨ 78 ਦੇ ਵਿੱਚ ਅਸੀਂ ਪੜਿਆ ਕਿ ਅਗਰ ਉੱਪਰ ਲਿਖੇ ਗਏ ਡਾਕੂਮੈਂਟ ਤੋਂ ਇਲਾਵਾ ਕੋਈ ਹੋਰ ਅਦਰ ਆਫੀਸ਼ੀਅਲ ਡਾਕੂਮੈਂਟ ਨੇ ਤੇ ਉਸ ਨੂੰ ਸਾਬਤ ਕਿੱਦਾਂ ਕੀਤਾ ਜਾਣਾ। ਸੈਕਸ਼ਨ 78 ਦੇ ਵਿੱਚ ਅਸੀਂ 6 ਵੱਖਰੇ ਵੱਖਰੇ ਤਰ੍ਹਾਂ ਦੇ ਆਫੀਸ਼ੀਅਲ ਡਾਕੂਮੈਂਟ ਪੜ੍ਹੇ ਤੇ ਉਹਨਾਂ ਨੂੰ ਸਾਬਤ ਕਰਨ ਦਾ ਤਰੀਕਾ ਵੀ ਪੜ੍ਹਿਆ। ਸੋ ਦਿਸ ਇਜ਼ ਸਮਥਿੰਗ ਅਬਾਊਟ ਦੀ ਪ੍ਰੈਜ਼ੈਂਟ ਲੈਕਚਰ। ਥੈਂਕ ਯੂ ਵੈਰੀ ਮਚ।